जी, अस्सलाम वालेकुम दोस्तों, की हाल चाल है। देखो जी, क्रिकेट ते सियासत काफ़ी सारी मिक्स अप हो गई है। क्रिकेट दी सियासत बढ़ गई, सियासत दी क्रिकेट बढ़ गई है। ना क्रिकेट क्रिकेट रह गई है, ना सियासत सियासत रह गई है। क्रिकेट ਦੀਆਂ ਮਿਸਾਲਾਂ ਦੇ ਕੇ ਤੁਹਾਨੂੰ ਬੜਾ ਕੁਝ ਦੱਸਿਆ ਜਾਂਦਾ ਹੈ। ਅੱਜ ਅਸੀਂ ਕ੍ਰਿਕਟ ਦੀ ਗੱਲ ਕਰਾਂਗੇ। ਦੇਖੋ ਜੀ, ਗਲੀ ਮਹੱਲੇ ਦੀ ਪਹਿਲੀ ਕ੍ਰਿਕਟ ਹੁੰਦੀ ਹੈ ਤੇ ਉਹਦੇ 'ਚ ਫੱਡੇ ਪੈਂਦੇ ਨੇ ਵਾਰੀਆਂ ਤੋਂ, ਕਿਸੇ ਹੋਰ ਚੀਜ਼ ਤੋਂ ਤੇ ਕਈ ਮੁੰਡੇ ਜਿਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਟੀਮ ਵਿੱਚੋਂ, ਦੋਨੋਂ ਟੀਮਾਂ ਖਿਡਾਰੀਆਂ ਨਹੀਂ ਚਾਹੁੰਦੀਆਂ ਜਾਂ ਉਹ ਟਰਬਲ ਮੇਕਰ ਹੁੰਦੇ ਨੇ ਜਾਂ ਵਿੱਚ ਗੇਮ ਦੇ ਪਸੂੜੀਆਂ ਪਾਉਂਦੇ ਨੇ। ਉਹਨਾਂ ਨੂੰ ਕੱਢਤਾ ਜਾਂਦਾ, ਉਹ ਫਿਰ ਆ ਕੇ ਵਿਕਟਾਂ ਸੁੱਟਦੇ ਨੇ, ਉੱਥੇ ਪਿੱਚ ਤੇ ਦੌੜਦੇ ਨੇ, ਗਲੀ ਦੇ ਵਿੱਚ ਉਹ ਰੁਕਾਵਟਾਂ ਪੈਦਾ ਕਰਦੇ ਨੇ ਤੇ ਨਾਲੇ ਮੂੰਹ ਚੋਂ ਕਹਿੰਦੇ ਨੇ ਨਾ ਖੇਡਾਂਗੇ ਨਾ ਖਿਡਾਵਾਂਗੇ, ਵਿੱਚ ਪਸੂੜੀ ਪਾਵਾਂਗੇ। ਐਸੇ ਅਰਕਾਨ ਨੂੰ, ਐਸੇ ਕ੍ਰਿਕਟਰਾਂ ਨੂੰ ਜਦੋਂ ਤੁਸੀਂ ਚਾਂਸ ਦਿੰਦੇ ਹੋ, ਉਹ ਅੱਗੇ ਜਾਂਦੇ ਨੇ। ਉਹ ਸਾਰੀ ਜ਼ਿੰਦਗੀ ਇਹੋ ਹੀ ਕਹਿੰਦੇ ਰਹਿੰਦੇ ਨੇ, ਨਾ ਖੇਡਾਂਗੇ ਨਾ ਖਿਡਾਵਾਂਗੇ, ਵਿੱਚ ਪਸੂੜੀ ਪਾਵਾਂਗੇ। ਲਓ ਜੀ, ਕ੍ਰਿਕਟ ਤੇ ਸਿਆਸਤ ਕਿਸ ਤਰ੍ਹਾਂ ਮਿਲ ਗਈ ਤੇ ਉਹਦੀ ਵਜ੍ਹਾ ਕ੍ਰਿਕਟਰ ਜਿਹੜੇ ਨੇ ਸਿਆਸਤ 'ਚ ਆ ਗਏ, ਸਿਆਸਤਦਾਨ ਜਿਹੜੇ ਕ੍ਰਿਕਟ 'ਚ ਚਲੇ ਗਏ। ਸਿਆਸਤਦਾਨ ਕਿਸੇ 'ਚ ਕ੍ਰਿਕਟ ਚਲੇ ਗਏ, ਉਹ ਜਾ ਕੇ ਖੇਡਦੇ ਨਹੀਂ, ਉਹ ਅਹੁਦੇ ਲੈ ਲੈਂਦੇ ਨੇ ਕ੍ਰਿਕਟ ਦੇ ਚੇਅਰਮੈਨ ਦੇ। ਉਹਦੇ ਸਿਆਸਤਦਾਨ ਨੇ ਕ੍ਰਿਕਟ ਦੇ ਚੇਅਰਮੈਨ, ਕ੍ਰਿਕਟ ਦਾ ਅਹੁਦਾ ਲੈ ਲਿਆ ਤੇ ਉਹ ਚਲੇ ਗਏ ਨਾ ਕ੍ਰਿਕਟ ਵਿੱਚ। ਤੇ ਇਸੇ ਤਰ੍ਹਾਂ ਹੀ ਕਈ ਖਿਡਾਰੀ ਕ੍ਰਿਕਟ ਖੇਡਦੇ ਸਿਆਸਤ ਤੇ ਜਾਂਦੇ ਨੇ। ਹੁਣ ਕ੍ਰਿਕਟ ਦਾ ਇੱਕ ਅਸੂਲ ਹੈਗਾ, ਉਹ ਅਸੂਲ ਹੈਗਾ ਕਿ ਵੀ ਕ੍ਰਿਕਟ ਦੇ ਵਿੱਚ ਟੀਮਾਂ ਆਉਂਦੀਆਂ ਨੇ ਦੋਨੋਂ ਸਾਈਡਾਂ ਤੋਂ, ਆਪਣੀ ਆਪਣੀ ਟੀਮ ਬਣਾ ਕੇ ਲੈ ਕੇ ਆਉਂਦੇ ਨੇ। ਉਹ ਟੀਮਾਂ ਉੱਥੇ ਮੈਚ ਖੇਡਦੀਆਂ, ਉੱਥੇ ਅੰਪਾਇਰ ਵੀ ਹੁੰਦਾ। ਜਿਹੜੀ ਟੀਮ ਬੋਲਿੰਗ ਕਰ ਰਹੀ ਹੁੰਦੀ ਹੈ ਉਹਨੇ ਆਪਣੇ ਹਿਸਾਬ ਨਾਲ ਉੱਥੇ ਫੀਲਡਿੰਗ ਲਾਉਣੀ ਹੈ, ਆਪਣੇ ਹਿਸਾਬ ਨਾਲ ਕੈਚ ਫੜਨ ਵਾਸਤੇ ਬੰਦਾ ਖੜਾ ਕਰਨਾ ਹੈ, ਆਪਣੇ ਹਿਸਾਬ ਨਾਲ ਬੋਲਰ ਲਾਉਣਾ ਹੈ ਕਿ ਕਿਹੜਾ ਬੋਲਰ ਇੱਥੇ ਕਿੰਨੀਆਂ ਵਿਕਟਾਂ ਕੱਢੇਗਾ, ਜਲਦੀ ਕੱਢੇਗਾ, ਕੀ ਸਪਿਨਰ ਕੰਮ ਕਰੇਗਾ, ਫਾਸਟ ਬੋਲਰ ਕੰਮ ਕਰੇਗਾ। ਇਹ ਫੈਸਲੇ ਕਰਨੇ ਹੁੰਦੇ ਨੇ ਕਪਤਾਨ ਨੇ, ਜਿਹੜਾ ਕ੍ਰਿਕਟ ਦੇ ਗਰਾਊਂਡ ਦੇ ਵਿੱਚ ਗਿਆ ਹੁੰਦਾ ਹੈ। ਤੇ ਬਾਹਰੋਂ ਜਿਹੜੇ ਬੈਠ ਕੇ ਸਿਲੈਕਟਰ ਤੇ ਦੂਸਰੇ ਤੀਸਰੇ ਜਿਹੜੇ ਮਾਹਿਰੀਨ ਨੇ, ਉਹ ਮਸ਼ਵਰੇ ਦੇ ਰਹਿੰਦੇ ਨੇ ਕਪਤਾਨ ਨੂੰ। ਉਹ ਕਹਿ ਰਹੇ ਹੁੰਦੇ ਨੇ ਫਲਾਣੇ ਨੂੰ ਦੇ ਬੋਲ ਤੇ ਫਲਾਣੇ ਨੂੰ ਨਾ ਦੇ। ਮੈਂ ਤੈਨੂੰ ਕਿਹਾ ਸੀ ਨਾ ਕਿ ਇਹਨੂੰ ਨਾ ਦੇਈਂ, ਇਹ ਵੇਲੇ ਇੰਨੇ ਛੱਕੇ ਖਾ ਗਏ। ਉਹ ਬਾਹਰੋਂ ਰੌਲਾ ਪਾ ਰਹੇ ਹੁੰਦੇ ਨੇ, ਉਧਰੋਂ ਰੌਲਾ ਪਾ ਰਹੇ ਹੁੰਦੇ ਨੇ, ਗੇਮ ਚੱਲ ਰਹੀ ਹੁੰਦੀ, ਅਸੀਂ ਸਿਰਫ ਵੇਖ ਰਹੇ ਹੁੰਦੇ ਹਾਂ, ਦੇਖਣ ਤੱਕ ਹੁੰਦੇ ਹਾਂ। ਅਗਰ ਇਹਨੂੰ ਤੁਸੀਂ ਕੰਪੇਅਰ ਕਰੋ ਸਿਆਸਤ ਨਾਲ, ਕੋਈ ਵੀ ਟੀਮ ਆਉਂਦੀ ਖੇਡਣ ਵਾਸਤੇ, ਉਹ ਪਹਿਲੇ ਆਪਣੀ ਟੀਮਾਂ, ਉਹ ਟੀਮਾਂ ਦੇ ਆਪਣੇ ਆਪਣੇ ਮਹੱਲਿਆਂ ਦੇ ਵਿੱਚ ਉਹ ਆਪਣਾ ਕਾਰਕਰਦਗੀ ਦਿਖਾਉਂਦੇ ਨੇ। ਫਿਰ ਮਹੱਲੇ ਵਾਲੇ ਉਹਨਾਂ ਨੂੰ ਸਿਲੈਕਟ ਕਰ ਦਿੰਦੇ ਨੇ। ਸਿਰਫ ਸਿਲੈਕਟ ਕਰਨ ਦਾ ਤੇ ਇਹਨਾਂ ਚੀਜ਼ਾਂ ਦਾ ਜਿਹੜਾ ਫਰਕ ਉਹ ਤੁਹਾਨੂੰ ਦੱਸ ਰਿਹਾ। ਉਹ ਫਿਰ ਸਿਲੈਕਟ ਹੋ ਕੇ ਫਿਰ ਉਹ ਵੱਡੀ ਟੀਮ ਤੇ ਜਾ ਕੇ ਸ਼ਾਮਲ ਹੋ ਜਾਂਦਾ ਹੈ। ਵੱਡੀ ਟੀਮ ਕਿਹੜੀ, ਜਿਸ ਤਰ੍ਹਾਂ ਅਸੀਂ ਕਹਿੰਦੇ ਨੂਨ ਲੀਗ, ਪੀਪਲ ਪਾਰਟੀ, ਫਲਾਨੀ ਇਹ ਇਹਦੇ ਸ਼ਾਮਲ ਹੋ ਜਾਂਦਾ। ਫਿਰ ਉਹ ਟੀਮ ਇੱਕ ਬਣ ਕੇ ਤੇ ਮੈਦਾਨ ਹੀ ਉਤਰਦੀ ਹੈ। ਉੱਥੇ ਅੰਪਾਇਰ ਵੀ ਹੁੰਦੇ ਨੇ, ਜਿਹੜੇ ਨਜ਼ਰ ਰੱਖ ਕੇ ਗੱਡ ਕੇ ਬੈਠੇ ਨੇ। ਆਵਾਮ ਸਾਰੀ ਖੁਦ ਵੀ ਅੰਪਾਇਰ ਹੁੰਦੀ ਹੈ। ਉਹ ਉੱਥੇ ਆਪਣੀਆਂ ਸਲਾਹਿਤਾਂ ਦਾ ਲੋਹਾ ਮਨਵਾਉਂਦੇ ਨੇ, ਆਪਣੇ ਕੰਮ ਕਰਕੇ ਦਿਖਾਉਂਦੇ ਨੇ ਕਿ ਅਸੀਂ ਮੁਲਕ ਵਾਸਤੇ ਇਹ ਕਰਤਾ ਹੈ। ਫੀਲਡਿੰਗ ਸ਼ੀਲਡਿੰਗ ਸੈੱਟ ਕਰਦੇ ਨੇ, ਜਿਨ੍ਹਾਂ ਨੇ ਬੋਲਿੰਗ ਕਰਾਉਣੀ, ਜਿਨ੍ਹਾਂ ਨੇ ਬੈਟਿੰਗ ਕਰਨੀ ਹੈ। ਜਿਹੜੀ ਆਪੋਜੀਸ਼ਨ ਹੁੰਦੀ ਹੈ ਉੱਥੇ, ਇਹ ਸਿਆਸਤ ਤੇ ਜਾਓ ਤੇ ਉਹ ਜਿਹੜੇ ਬੈਟਿੰਗ ਕਰ ਰਹੀ ਹੁੰਦੀ ਹੈ ਉਹ ਆਪੋਜੀਸ਼ਨ ਹੁੰਦੀ ਹੈ। ਜਿਹੜੇ ਹਕੂਮਤ 'ਚ ਹੁੰਦੇ ਨੇ ਉਹ ਬੋਲਿੰਗ ਕਰ ਰਹੇ ਹੁੰਦੇ ਨੇ, ਆਪਣੀ ਫੀਲਡਿੰਗ ਸੈੱਟ ਕਰ ਰਹੇ ਹੁੰਦੇ ਨੇ। ਉਹਨਾਂ ਨੇ ਸਾਰੇ ਕਾਰਕਰਦਗੀ ਆਪਣੀ ਕੱਢ ਕੇ ਦਿਖਾਉਣੀ ਹੁੰਦੀ ਹੈ। ਅਸੀਂ ਉਹਨਾਂ ਕੋਲ ਮੰਗਦੇ ਹਾਂ ਕਿ ਸਾਨੂੰ ਇੰਨਾ ਸਕੋਰ ਚਾਹੀਦਾ, ਮੈਚ ਜਿੱਤਿਆ ਚਾਹੀਦਾ, ਤੇ ਫਿਰ ਉਹਨਾਂ ਨੂੰ ਇਹ ਵੀ ਇਜਾਜ਼ਤ ਦਿੰਦੇ ਆ ਕਿ ਤੁਸੀਂ ਆਪਣੀ ਫੀਲਡਿੰਗ ਲਾਓ। ਆਪਣਾ ਜਿਹੜਾ ਰੂਲਸ ਬਣੇ ਨੇ, ਰੂਲਸ ਦੇ ਵਿੱਚ ਰਹਿ ਕੇ ਸਾਰਾ ਕੁਝ ਸੈੱਟ ਰੱਖੋ, ਆਪਣਾ ਡਿਸਿਪਲਿਨ ਸਹੀ ਰੱਖੋ। ਐਸਾ ਹੀ ਕੰਮ ਚੱਲਦਾ ਹੈ ਨਾ ਜੀ। ਲੇਕਿਨ ਜਿਹੜੇ ਹੁੰਦੇ ਨੇ ਨਾ, ਜਿਨ੍ਹਾਂ ਨੂੰ ਬਚਪਨ ਦੀ ਆਦਤ ਪਈ ਹੁੰਦੀ ਹੈ, ਉਹ ਕਹਿੰਦੇ ਨੇ ਜੀ ਨਾ ਖੇਡਾਂਗੇ ਨਾ ਖਿਡਾਵਾਂਗੇ, ਵਿੱਚ ਪਸੂੜੀ ਪਾਵਾਂਗੇ। ਉਹ ਬੋਲਿੰਗ ਜਦੋਂ ਕਰਾਉਣ ਆਉਂਦੇ ਨੇ, ਉਦੋਂ ਕਹਿੰਦੇ ਨੇ ਜੀ ਹੁਣ ਫੀਲਡਿੰਗ ਵੀ ਸਾਡੀ, ਅੰਪਾਇਰ ਵੀ ਸਾਡਾ। ਉਹ ਯਾਦ ਹੈ ਨਾ, ਬਾਜਵਾ ਤੇ ਫੈਜ਼ ਹਮੀਦ, ਅੰਪਾਇਰ ਵੀ ਸਾਡਾ। ਜੱਜ ਸਾਰੇ ਉਹ ਵੀ ਅੰਪਾਇਰਾਂ ਦਾ ਕੰਮ ਕਰ, ਉਹ ਵੀ ਸਾਡੇ। ਫੀਲਡਿੰਗ ਵੀ ਸਾਡੀ। ਤੇ ਕਾਰਕਰਦਗੀ ਸਿਫਰ, ਆਂਡੇ ਤੇ ਸਿਫਰ ਤੇ ਆਊਟ, ਪੂਰੀ ਟੀਮ ਬੁੱਕ। ਜਦੋਂ ਦੂਸਰੀ ਟੀਮ ਖੇਡਣ ਆਵੇ, ਫਿਰ ਉਹ ਕਹਿੰਦੇ ਹੁਣ ਖੇਡਣਾ ਤੁਸੀਂ, ਇਹ ਕਾਰਕਰਦਗੀ ਤੁਸੀਂ ਸਾਡੇ ਕੋਲ ਜਿੱਤ ਕੇ ਵਿਖਾਉਣਾ ਹੈ, ਲੇਕਿਨ ਅੰਪਾਇਰ ਫਿਰ ਵੀ ਸਾਡੇ, ਫੀਲਡਿੰਗ ਫਿਰ ਵੀ ਸਾਡੀ। ਅਸੀਂ ਦੱਸਾਂਗੇ ਕਿੱਥੇ ਬੰਦਾ ਖਿਲਾਰਨਾ ਤੇ ਕਿਹਨੂੰ ਖਿਲਾਰਨਾ ਹੈ। ਅਸੀਂ ਦੱਸਾਂਗੇ ਕਿ ਕਿਹੜਾ ਸਿਲੈਕਟ ਸਹੀ ਹੋਇਆ ਤੇ ਕਿਹੜਾ ਨਹੀਂ ਹੋਇਆ। ਅਸੀਂ ਦੱਸਾਂਗੇ ਫਾਰਮ 40 ਤੇ ਫਾਰਮ 47 ਅਸੀਂ ਕੱਢ ਲਾਂਗੇ ਤੇ ਉੱਥੇ ਅਸੀਂ ਦੱਸਾਂਗੇ ਕਿ ਵੀ ਇਹ ਫਲਾਣੇ ਹੈਗੇ, ਜਦ ਉਹ ਭਾਵੇਂ ਸਾਬਤ ਅਸੀਂ ਕਰ ਸਕੀਏ ਨਾ ਕਰ ਸਕੀਏ। ਦੋਸਤੋ, ਕ੍ਰਿਕਟ ਦੀਆਂ ਤਾਂ ਗੱਲਾਂ ਹੁੰਦੀਆਂ ਰਹਿਣਗੀਆਂ, ਲੇਕਿਨ ਕੁਛ ਗੱਲਾਂ ਜਿਹੜੇ ਲੋਕ, ਦੇਖੋ ਪਹਿਲੇ ਇਸ ਗੱਲ ਨੂੰ ਕਲੀਅਰ ਕਰ ਲਈਏ। ਇਸ ਟਾਈਮ ਜਿਹੜੀ ਹਕੂਮਤ ਇੱਥੇ ਬੋਲਿੰਗ ਕਰਨ ਆ ਰਹੀ ਹੈ, ਜਿਹਨੇ
ਮੈਚ ਜਿਹੜਾ ਤੁਸੀਂ ਸਕੋਰ ਮਾਰਿਆ ਉਹਦਾ ਦਫਾ ਕਰਨਾ ਹੈ, ਆਪ ਸਕੋਰ ਮਾਰਨਾ ਹੈ, ਜਿੱਤ ਕੇ ਤੁਹਾਨੂੰ ਮੈਚ ਵਹਾਣਾ ਹੈ। ਉਹਨਾਂ ਦਾ ਪੂਰਾ ਹੱਕ ਹੈ ਆਪਣੇ ਅੰਪਾਇਰ ਤੇ ਨਿਊਟਰਲ ਰੱਖਣ, ਉਹ ਆਪਣੀ ਫੀਲਡਿੰਗ ਸੈੱਟ ਕਰਨ, ਉਹ ਆਪਣੇ ਬੰਦੇ ਕਿਹੜੇ ਕਿਹੜੇ ਸਿਲੈਕਟ ਕਰਦੇ ਨੇ, ਉਹ ਕਿਹਨੂੰ ਬੋਲਿੰਗ ਦਿੰਦੇ ਨੇ ਕਰਨ ਵਾਸਤੇ, ਉਹਨਾਂ ਦਾ ਹੱਕ ਹੈਗਾ। ਤੁਸੀਂ ਕਹੋ ਜੀ ਅੰਪਾਇਰ ਵੀ ਸਾਡੇ ਹੋਣਗੇ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲੇ ਸੀ, ਤੇ ਇਹ ਜਿਹੜੀ ਤੁਸੀਂ ਅੱਗੋਂ ਬੋਲਿੰਗ ਸ਼ੋਲਿੰਗ ਕਰ ਰਹੇ, ਅਸੀਂ ਦੱਸਾਂਗੇ ਕਿਹੜੇ ਬੋਲਰ ਨੂੰ ਦੇਣਾ ਤੇ ਕਿਹੜੇ ਨੂੰ ਨਹੀਂ ਦੇਣਾ। ਫੀਲਡਿੰਗ ਤੁਸੀਂ ਸੈੱਟ ਨਹੀਂ ਕਰ ਸਕਦੇ, ਖੜੀ ਨਹੀਂ ਕਰਨ ਦੇਣੀ, ਤੇ ਨਾ ਖੇਡਾਂਗੇ ਨਾ ਖਿਡਾਵਾਂਗੇ ਵਿੱਚ ਫਸੂੜੀ। ਇਹ ਕ੍ਰਿਕਟ ਦੇ ਚੱਲ ਜਾਂਦਾ, ਮੁਲਕਾਂ ਹੀ ਨਹੀਂ ਚੱਲਦਾ। ਇਹ ਮੁਲਕ ਹੈਗਾ ਤੇ ਬੜਾ ਖਾਸ ਮੁਲਕ ਹੈ, ਆਮ ਮੁਲਕ ਨਹੀਂ ਹੈਗਾ ਸਾਡਾ ਪਾਕਿਸਤਾਨ, ਇਹ ਬੜਾ ਖਾਸ ਮੁਲਕ ਹੈ। ਤੇ 200 ਰੋਲੇ ਪੈਂਦੇ ਰਹਿੰਦੇ ਨੇ, ਰੋਲੇ ਪਾਈ ਜਾਂਦੇ ਨੇ। ਫੀਲਡਿੰਗ ਸ਼ੀਲਡਿੰਗ ਇਹਨਾਂ ਦੇ ਮਦਦ ਦੀ ਨਹੀਂ ਸੈੱਟ ਹੋਣੀ। ਫੀਲਡਿੰਗ ਉਹਨੇ ਹੀ ਖੜੀ ਕਰਨੀ ਜਿਹਨੇ ਬੋਲਿੰਗ ਕਰ ਰਿਹਾ, ਜਿਹੜਾ ਉਸੇ ਕਪਤਾਨ ਨੇ ਖੜੀ ਕਰਨੀ ਹੈ। ਜਿਹੜੇ ਅੰਪਾਇਰ ਨੇ ਉਹਨਾਂ ਨੂੰ ਤੁਸੀਂ ਸਿਰਫ ਇੰਨਾ ਕਹਿ ਸਕਦੇ ਨਿਊਟਰਲ ਨਜ਼ਰ ਆਉਣ, ਉਹਨਾਂ ਦੇ ਕਾਰਕਰਦਗੀ ਨਿਊਟਰਲ ਨਜ਼ਰ ਆਵੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਇਹਨਾਂ ਦਾ ਤੁਸੀਂ ਉਹ ਫੇਵਰ 'ਚ ਕੋਈ ਗੱਲ ਨਹੀਂ ਕਰਨੀ, ਕੋਈ ਫੈਸਲਾ ਨਹੀਂ ਦੇਣਾ। ਅਗਰ ਦਿਓਗੇ ਤਾਂ ਤੁਹਾਡੀ ਐਸੀ ਤੈਸੀ ਤੁਹਾਡੀ ਮਾਂ ਭੈਣੇ ਕਰ ਦਿਆਂਗੇ। ਉਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਜੀ ਭਾਈ ਜੀ ਸਾਡੇ ਇਹ ਫੇਵਰ ਦਾ, ਅਗਰ ਤੁਸੀਂ ਉਹਨਾਂ ਦੀ ਫੇਵਰ ਦਾ ਨਹੀਂ ਦੇਣਾ ਤੇ ਉਹ ਤੇ ਕੋਈ ਗੱਲ ਨਹੀਂ, ਸਾਡੀ ਫੇਵਰ ਦਾ ਨਹੀਂ ਦੇ ਰਹੇ ਤਾਂ ਤੇ ਬੜੀ ਵੱਡੀ ਗੱਲ ਹੈ। ਤੁਸੀਂ ਭਾਵੇਂ ਉਹਨਾਂ ਦੇ ਵੀ ਅੰਪਾਇਰੀ ਕਰੇ, ਫੇਵਰ ਸਾਡੀ ਚੱਲਦੀ ਰਹੇਗੀ। ਇਸ ਤਰ੍ਹਾਂ ਸਿਲਸਿਲੇ ਨਹੀਂ ਚੱਲਦੇ। ਹੁਣ ਜਿਹੜੇ ਇਹ ਬੈਂਚ ਵਗੈਰਾ ਜਿਹੜਾ ਸਿਸਟਮ ਸਾਰਾ ਚੱਲ ਰਿਹਾ, ਦੇਖੋ ਜੀ ਇਹ ਜੈਸੀ ਕਰਨੀ ਵੈਸੀ ਬਣਨੀ। ਜਿਹਨੇ ਮੁਲਕ ਦੇ ਨਾਲ ਬੁਰਾ ਕਰਨਾ ਹੈ ਉਹਨੂੰ ਉਹਦਾ ਜਵਾਬ ਮਿਲਣਾ ਚਾਹੀਦਾ, ਤੇ ਹੱਕਾ ਸੱਚਾ ਮਿਲਣਾ ਚਾਹੀਦਾ, ਝੂਠ ਨਹੀਂ ਹੋਣਾ ਚਾਹੀਦਾ। ਉਹਨੂੰ ਸਜ਼ਾ ਲੇਟ ਵੀ ਨਹੀਂ ਹੋਣੀ ਚਾਹੀਦੀ। ਜਿੰਨੀ ਸਜ਼ਾ ਲੇਟ ਹੁੰਦੀ ਹੈ, ਇਹ ਜਿਹੜੇ ਤਹਿਰੀਬਕਾਰ ਨੇ ਜਿਹੜੇ ਕਹਿੰਦੇ ਨੇ ਖੇਡਾਂਗੇ ਨਾ ਖਿਡਾਵਾਂਗੇ, ਵਿੱਚ ਪਸੂੜੀ ਪਾਵਾਂਗੇ, ਇਹਨਾਂ ਦਾ ਕਲਾ ਘੁੰਮਾ ਬਹੁਤ ਲਾਜ਼ਮੀ ਹੋ ਗਿਆ। ਉਹ ਕਿਸ ਤਰ੍ਹਾਂ ਹੋਏਗਾ? ਉਹ ਕਿਸ ਤਰ੍ਹਾਂ ਹੋਏਗਾ? ਉਹ ਇਸ ਤਰ੍ਹਾਂ ਹੋਏਗਾ ਕਿ ਤੁਸੀਂ ਕਰਨਾ, ਇਹਨਾਂ ਕੋਲੋਂ ਨਹੀਂ ਹੋਣਾ। ਤੁਸੀਂ ਪਹਿਲੇ ਚੂਜ਼ ਕਰਨਾ ਕਿਹੜਾ ਬੰਦਾ ਸਹੀ ਕੰਮ ਕਰ ਰਿਹਾ, ਕਿਹੜਾ ਸਹੀ ਜਾ ਰਿਹਾ, ਉਹਦੇ ਨਾਲ ਤੁਸੀਂ ਖਲੋਣਾ, ਉਹਦੇ ਨਾਲ ਮੋਢੇ ਨਾਲ ਮੋਢਾ ਲਾਣਾ ਹੈ, ਤੇ ਉਹਦੇ ਨਾਲ ਦੁਆਵਾਂ ਵੀ ਮੰਗਣੀਆਂ ਨੇ, ਤੇ ਸਾਰਾ ਕੁਝ ਕਰਨਾ, ਤੇ ਫਿਰ ਜਾ ਕੇ ਤੁਹਾਡਾ ਕੰਮ, ਤੁਹਾਡਾ ਬੇੜਾ ਪਾਰ ਹੋਣਾ। ਹੁਣ ਤੁਸੀਂ ਕੀ ਕਰ ਰਹੇ ਜੇ? ਤੁਸੀਂ ਇੱਧਰ ਦੋ ਚੱਕਰੀਆਂ ਚੁੱਪੜੀਆਂ ਗੱਲਾਂ ਸੁਣਦੇ ਜੇ, ਯਾਰ ਇਹ ਗੱਲ ਤੇ ਸਹੀ ਹੈ, ਅੱਛਾ ਇੱਧਰੋਂ ਇਹ ਵੀ ਗੱਲ ਸਹੀ ਹੈ, ਜੇ ਇਹ ਵੀ ਸਹੀ ਹੈ ਤੇ ਉਹ ਵੀ ਸਹੀ ਹੈ, ਤੇ ਫਿਰ ਤੁਸੀਂ ਮੈਂ ਤੇ ਫਿਰ ਮਤਲਬ ਕਿ ਫਰਕ ਹੀ ਹੋ ਗਿਆ ਨਾ। ਅਸੀਂ ਆਪਣੇ ਆਪ ਨਾਲ ਕੀ ਕਰ ਰਹੇ ਹਾਂ ਵੀ ਕਿਉਂ ਸਾਰਾ ਕੁਝ ਸਹੀ ਹੈ? ਸਾਡੇ ਪਾਕਿਸਤਾਨ ਦੀ ਫੇਵਰੀ ਜਿਹੜੀ ਗੱਲ ਜਾਵੇ ਉਹ ਠੀਕ ਹੈ, ਪਾਕਿਸਤਾਨ ਦਾ ਆਇਨ ਜੋ ਕਹਿ ਰਿਹਾ ਉਹਦੇ ਨਾਲ ਜਿਹੜਾ ਖਲੋਵੇ ਉਹ ਠੀਕ ਹੈ, ਪਾਕਿਸਤਾਨ ਦਾ ਕਾਨੂੰਨ ਜੋ ਕਹਿ ਰਿਹਾ ਜਿਹੜਾ ਉਹਦੇ ਨਾਲ ਖਲੋਵੇ ਉਹ ਠੀਕ ਹੈ। ਸਾਰਾ ਕੁਝ ਕਰਦੇ ਨੇ, ਸਾਰਾ ਕੁਝ ਕਰਕੇ ਕਹਿੰਦੇ ਜੇ ਪੁਰ ਅਮਨ ਇhtਜਾਜ ਸਾਡਾ ਕਾਨੂੰਨੀ ਤੇ ਆਇਨੀ ਹੱਕ ਹੈਗਾ। ਵੈਰੀ ਗੁੱਡ, ਬਿਲਕੁਲ ਤੁਹਾਡਾ ਹੱਕ ਹੈਗਾ, ਲੇਕਿਨ ਪੁਰ ਅਮਨ, ਇਹ ਵਿੱਚ ਪੁਰ ਅਮਨ ਵਾਲਾ ਜਿਹੜਾ ਤੁਸੀਂ ਪਾਉਂਦੇ ਜੇ ਗਲਤ ਪਾਉਂਦੇ ਜੇ। ਇਹਨੂੰ ਸਾਬਤ ਕਰਨਾ ਪਏਗਾ ਕਿ ਪੁਰ ਅਮਨ, ਤੇ ਫਿਰ ਤੁਸੀਂ ਇਹ ਸਾਰੀ ਗੱਲਾਂ ਤੁਹਾਡੀਆਂ ਅਸੀਂ ਮੰਨ ਜਾਵਾਂਗੇ। ਲੇਕਿਨ ਜਦੋਂ ਤੱਕ ਤੁਸੀਂ ਇਹਨੂੰ ਪੁਰ ਅਮਨ ਨਹੀਂ ਰੱਖੋਗੇ ਤੇ ਪੁਰ ਅਮਨ ਸਾਬਤ ਨਹੀਂ ਕਰੋਗੇ, ਨੋ ਵੇ। 200 ਗੱਪੇ ਸ਼ੰਮਾ ਮਾਰ ਦੇਣਾਗੇ, ਵੀਡੀਓ ਜਾਂਦੀ ਸੀ ਲੰਮੀਆਂ, ਮੈਂ ਕਿਹਾ ਛੋਟੇ ਛੋਟੇ ਪੀਸ ਬਣਾ ਕੇ ਤੁਹਾਨੂੰ ਦਿਆ ਕਰਾਂ, ਤੁਸੀਂ ਵੀ ਬੋਰ ਨਾ ਹੋਵੋ ਤੇ ਮੈਂ ਵੀ ਆਰੇ ਲੱਗਾ ਰਹਾਂਗਾ। ਤੇ ਇਹ ਤੇ ਕ੍ਰਿਕਟ ਦਾ ਰੌਲਾ ਸੀ। ਜੇ ਹੁਣ ਕੋਈ ਹੋਰ ਰੌਲਾ ਲੱਭਨੇ ਆ ਤੇ ਉਹ ਵੀ ਆ ਕੇ ਤੁਹਾਡੇ ਨਾਲ, ਸਾਡਾ ਕੰਮ ਹੈ ਗੱਪਾਂ ਮਾਰੀਆਂ, ਤੇ ਮੇਰਾ ਕੰਮ ਹੈ ਰੌਲਾ ਪਾਉਣਾ, ਤੁਹਾਡਾ ਕੰਮ ਹੈ ਗੌਰ ਕਰਨਾ। ਮੈਂ ਸ਼ੋਰ ਕਰਨਾ, ਤੁਸੀਂ ਗੌਰ ਕਰਨਾ, ਮੈਂ ਸ਼ੋਰ ਕੀਤੀ ਜਾਣਾ, ਤੁਸੀਂ ਗੌਰ ਕਰੀ ਜਾਣਾ। ਹੁਣ ਤੱਕ ਤਾਂ ਬਸ ਮੈਨੂੰ ਇਜਾਜ਼ਤ ਦਿਓ, ਮਿਲਣੇ ਅਗਲੀ ਵੀਡੀਓ ਦੇ ਵਿੱਚ। ਅੱਲਾ ਹਾਫਿਜ਼।